ये हैं सिपाही मोहम्मद शरीफ, जो 22 अगस्त 1929 को हिंदुस्तान में पैदा हुए। 18 बरस की उम्र में आर्मी ज्वाइन की और सियालकोट यूनिट में तैनात हुए। पाको हिंद की तकसीम में सिपाही मोहम्मद शरीफ ने सियालकोट बॉर्डर से आए मुसलमानों को वेलकम किया और उनके लिए अपनी खिदमात पेश की। पाको हिंद की तकसीम के 18 बरस बाद हिंदुस्तान से पहली जंग लड़ी गई। सिपाही मोहम्मद शरीफ ने सफ़े अव्वल में पाकिस्तान की हिफाजत का ज़िम्मा लिया और गाज़ी का लक़ब पाया। 6 बरस बाद 1971 में एक बार फिर सिपाही मोहम्मद शरीफ ने वतन अज़ीज़ के लिए सफ़े अव्वल में दुश्मन से मुकाबला करके ख़ुद को गाज़ी का लक़ब से मुस्तफ़ीद किया और पाकिस्तान आर्मी से 2 अदद तगमाए जुर्रत लिए, जिनको तगमाए जंग का नाम दिया गया था। आइए आज हम 95 साला सिपाही मोहम्मद शरीफ से मिलवाएंगे और मोहम्मद शरीफ की जिनसे यादें वाबस्ता हैं उन चीज़ों से आपको आशना करवाएंगे। जुड़े रहिए वॉइस ऑफ पंजाब के साथ। वालेकुम सलाम। बाबा जी की हाल है? ठीक है। ਤੇ ਸਾਨੂੰ ਪਤਾ ਲੱਗਿਆ ਕਿ ਤੁਸੀਂ ਜਦੋਂ ਪਾਕਿਸਤਾਨ ਤੇ ਇੰਡੀਆ ਦੀ ਪਾਰਟੀਸ਼ਨ ਹੋਈ ਹੈ ਤੁਸੀਂ ਉਸ ਤੋਂ ਪਹਿਲਾਂ ਤੇ ਪਾਕਿਸਤਾਨ ਆਰਮੀ 'ਚ ਹੋ। हाँ जी पहले ਤੇ ਤੁਹਾਡੀ ਉਮਰ ਇਸ ਟਾਈਮ ਕਿੰਨੀ ਹੈ? उम्र मेरी 94 साल। 94 ਸਾਲ। ਤੁਹਾਡੀ ਪੈਦਾਇਸ਼ ਪਾਕਿਸਤਾਨ 'ਚ ਹੋਈ ਹੈ पाकिस्तान ਤੇ ਉਦੋਂ ਇੰਡੀਆ ਤੇ ਪਾਕਿਸਤਾਨ ਦੀ ਪਾਰਟੀਸ਼ਨ ਨਹੀਂ ਹੋਈ ਸੀ नहीं सी हुई। ਤੇ ਤੁਸੀਂ ਇਹ ਤਕਸੀਮ ਹੁੰਦਾ ਖਿੱਤਾ ਆਪਦੀਆਂ ਅੱਖਾਂ ਨਾਲ ਦੇਖਿਆ ਵਾ। ਜਦੋਂ ਇਹ ਤਕਸੀਮ ਹੋਇਆ ਤੁਸੀਂ ਕਿੱਥੇ ਸੀ? उस वक्त मैं सियालकोट से ਤੁਹਾਡੀ ਬੇਸਿਕ ਰਿਹਾਇਸ਼ ਸਿਆਲਕੋਟ ਦੀ ਸੀ ਜਾਂ ਤੁਹਾਡੀ ਅਪਾਇੰਟਮੈਂਟ ਉੱਥੇ ਸੀ, ਤੁਸੀਂ ਭਰਤੀ ਸਿਆਲਕੋਟ ਹੋਏ? भर्ती सियालकोट ਤੇ ਰਿਹਾਇਸ਼ ਕਿੱਥੇ ਸੀ? रहायश थे। हाँ 55 से 55 'ਚ ਸੀ। ਯਾਨੀ ਕਿ ਕਹਿ ਸਕਦੇ ਕਿ 55 ਜਿਹੜਾ ਚਾਕਾ ਪਾਕਿਸਤਾਨ ਤੇ ਇੰਡੀਆ ਦੀ ਪਾਰਟੀਸ਼ਨ ਤੋਂ ਪਹਿਲਾਂ ਦਾ ਆਬਾਦ ਆ। पहले का बाद ਤੇ ਤੁਸੀਂ ਉਹ ਜੰਗਾਂ ਲੜੀਆਂ ਤਾਂ ਕੀ ਦੇਖਿਆ? ਕਿੰਨਾ ਖੂਨੀ ਮੰਜ਼ਰ ਸੀ? ਇਹ ਸਾਨੂੰ ਖਿੱਤਾ ਕਿੱਦਾਂ ਲੱਭਿਆ? ये जंगा लड़कियाँ बड़ी मुश्किल दे नाल ये सानू इन्ना क मिलिया हिस्सा। ਜੀ ਤੁਸੀਂ ਜਿਹੜੀਆਂ 2 ਜੰਗਾਂ ਲੜੀਆਂ ਉਹ ਕਿਹੜੀਆਂ ਸੀ? सानू 1965 वाली ते 71 वाली ਦੋਵੇਂ ਲੜੀਆਂ। दोवें लड़ियाँ ਤੇ ਤੁਹਾਡੀ ਅਪਾਇੰਟਮੈਂਟ ਸਿਆਲਕੋਟ ਤੋਂ ਹੋਈ ਸੀ? सियालकोट। ਕਿੰਨੀ ਦੇਰ ਪਾਕਿਸਤਾਨ ਆਰਮੀ 'ਚ ਰਹੇ ਹੋ? पाकिस्तान आर्मी जहन कम नहीं करता हूँ। ਕੋਈ 20 ਸਾਲ ਰਹੇ ਹੋਵੋਗੇ। ज़्यादा ही रहे ਤੇ ਤੁਸੀਂ ਇਹ ਨਿਸ਼ਾਨੀ ਅੱਜ ਵੀ ਸੰਭਾਲ ਕੇ ਰੱਖੀ ਹੈ? बख्शे वाली। ਤੇ ਹੋਰ ਵੀ ਕੋਈ ਤੁਹਾਡੇ ਕੋਈ ਯਾਦਦਾਸ਼ਤ ਆਪਦੀ ਪਾਕਿਸਤਾਨ ਆਰਮੀ ਦੀ ਜਾਂ ਉਸ ਵਕਤ ਦੀ ਹੈ ਵਾ? तगमे है पता नहीं भी हुण कित्थे कित्थे ने। ਤੇ ਤੁਸੀਂ ਆਪਦੀ ਹਯਾਤੀ 'ਚ ਇੰਡੀਆ ਵੀ ਗਏ ਸੀ ਜਦੋਂ ਪਾਰਟੀਸ਼ਨ ਨਹੀਂ ਹੋਈ ਸੀ? नहीं ਇੰਡੀਆ ਕਿਤੇ ਜਾਣ ਦਾ ਇਤਫਾਕ ਨਹੀਂ ਹੋਇਆ ਉਹਨਾਂ ਦਿਨਾਂ ਦੇ ਵਿੱਚ? नहीं इंडिया नहीं गए। ਤੇ ਜਿਹੜੇ ਉਧਰੋਂ ਕਾਫਲੇ ਆਉਂਦੇ ਸੀ ਪਾਕਿਸਤਾਨ ਮੁਸਲਮਾਨਾਂ ਦੇ, ਉਹਨਾਂ ਨੂੰ ਤੁਸੀਂ ਰਿਸੀਵ ਕਰਦੇ ਰਹੇ ਹੋ, ਰੋਟੀ ਪਾਣੀ ਖੈਮੇ हाँ जी ਉਹ ਕਿਵੇਂ ਦਿੰਦੇ ਰਹੇ ਹੋ? ਕੀ ਮੰਜ਼ਰ ਸੀ? वो मंजर ये सी भी जेडे उधरों काफले आउंदे सीगे ਹਾਂਜੀ। उन्हां नूं राशन देना पैंदा सी। ਉਹ ਕਿਵੇਂ ਲੁੱਟੇ ਫੁੱਟੇ, ਬਿਮਾਰ, ਕਿਸੇ ਦਾ ਬਾਜ਼ੂ ਕੋਈ ਨਹੀਂ, ਕਿਸੇ ਦੀ ਲੱਤ ਕੋਈ ਨਹੀਂ? हाँ जी वो फिर इदां सी ना कि कतल वगाट ते होई सिखां ने रंग अक्सर वाडू सिटे। ਵੱਡ ਵੁੱਡ ਸਿੱਟੇ ਉਹਨੂੰ। हाँ जी ਤੇ ਪਤਾ ਇਹ ਲੱਗਿਆ ਕਿ ਖਾਨਦਾਨਾਂ ਦੇ ਖਾਨਦਾਨ ਜਿਹੜੇ ਉਜੜ ਗਏ ਸੀ, ਭਰਾ ਕਿੱਥੇ ਫਿਰਦੇ, ਭੈਣਾਂ ਕਿੱਥੇ ਫਿਰਦੀਆਂ, ਤੁਸੀਂ ਉਹਨਾਂ ਨੂੰ ਇਕੱਠਾ ਕਰਨ ਦੇ ਵਿੱਚ ਵੀ ਪਾਕਿਸਤਾਨ ਆਰਮੀ ਨੇ ਬੜਾ ਕਿਰਦਾਰ ਅਦਾ ਕੀਤਾ। बिल्कुल बहुत बहुत किरदार अदा ਜੀ ਨਾਜ਼ਰੀਨ, ਤੁਹਾਡੀ ਮੁਲਾਕਾਤ ਕਰਵਾਈ ਅਸੀਂ ਬਜ਼ੁਰਗ ਮੁਹੰਮਦ ਸ਼ਰੀਫ ਸਿਪਾਹੀ ਸਾਹਿਬ ਦੇ ਨਾਲ, ਜਿਹੜੇ ਪਾਕਿਸਤਾਨ ਆਰਮੀ ਦੇ ਇੱਕ ਬਹੁਤ ਨੀਡਰ ਤੇ ਜਵਾਨ ਸਿਪਾਹੀ ਸੀ ਉਸ ਦੌਰ 'ਚ। ਸਾਡੇ ਵਾਸਤੇ ਅੱਜ ਵੀ ਜਵਾਨ ਤੇ ਉਨੇ ਹੀ ਬਹਾਦਰ ਨੇ, ਇਹਨਾਂ ਦਾ ਜਜ਼ਬਾ ਅੱਜ ਵੀ ਓਨਾ ਹੀ ਆ। ਕਿਉਂਕਿ ਬਾਬਾ ਜੀ ਦੀ ਯਾਦਦਾਸ਼ਤ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਕੁਝ ਗੱਲਾਂ ਉਹਨਾਂ ਨੂੰ ਯਾਦ ਨਹੀਂ ਗਈਆਂ ਜਿਨ੍ਹਾਂ ਤੋਂ ਅਸੀਂ ਮਹਿਰੂਮ ਰਹਿ ਚੁੱਕੇ ਹਾਂ। ਲੇਕਿਨ ਕੋਈ ਗੱਲ ਨਹੀਂ, ਸਾਡੇ ਨਾਲ ਉਹਨਾਂ ਦੇ ਬੇਟੇ ਮੌਜੂਦ ਨੇ, ਉਹਨਾਂ ਕੋਲੋਂ ਜਾਣਦੇ ਹਾਂ ਕਿ ਇਹਨਾਂ ਦੀ ਹਿਸਟਰੀ ਜਿਹੜੀ ਬਜ਼ੁਰਗਾਂ ਕੋਲ ਇਹਨਾਂ ਨੇ ਸੁਣੀ ਸੀ, ਜਦੋਂ ਬਜ਼ੁਰਗਾਂ ਦੀ ਯਾਦਦਾਸ਼ਤ ਵਧੀਆ ਸੀ, ਕਾਇਮ ਦੈਮ ਸੀ, ਉਦੋਂ ਇਹਨਾਂ ਨੇ ਬਾਬਾ ਜੀ ਕੋਲੋਂ ਕੀ ਸੁਣਿਆ। अस्सलाम वालेकुम जी। जी वालेकुम जनाब। ਭਾਈ ਜੀ ਕੀ ਹਾਲ ਹੈ? ठीक ठाक अलहमदुल्ला बहुत खरी। ਕੀ ਨਾਮ ਆਪਣਾ? नासिर महमूद जी। ਤੇ ਤੁਸੀਂ ਇਹਨਾਂ ਦੇ ਵੱਡੇ ਬੇਟੇ? जी नहीं बड़ा बेटा मेरे इस वक्त मरबे जी। ਅੱਛਾ ਜੀ। हाँ, काम कर रहा फसल बड़ी का।
ਅਸੀਂ ਬਾਬਾ ਜੀ ਕੋਲੋਂ ਇਹਨਾਂ ਦੀ ਯਾਦਦਾਸ਼ਤ ਸੁਣਨ ਵਾਸਤੇ ਪਿੰਡ ਪਹੁੰਚੇ। ਤੁਹਾਡਾ ਪਿੰਡ 55 ਸਭ ਤੋਂ ਆਰੇ ਫਾਰੇ ਦਾ ਖੂਬਸੂਰਤ ਤੇ ਛੋਟਾ ਪਿੰਡ ਹੈ ਜੀ। ਮਾਸ਼ਾਅੱਲਾ ਪਤਾ ਇਹ ਵੀ ਲੱਗਿਆ ਕਿ ਇੰਡੀਆ ਦੀ ਪਾਰਟੀਸ਼ਨ ਤੋਂ ਪਹਿਲਾਂ ਵੀ ਇਹ ਪਿੰਡ ਮਾਰਜ਼ੇ ਮੌਜੂਦ 'ਚ ਸੀ। ਤੁਸੀਂ ਬਾਬਾ ਜੀ ਕੋਲੋਂ ਕੀ ਸੁਣਿਆ? ਇਹਨਾਂ ਦੀ ਦਾਸਤਾਨ ਹੁਣ ਚੁੱਕੇ, ਉਹਨਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੋ ਚੁੱਕੀ ਹੈ। ਅਬੂ ਜੀ ਨੇ ਤਕਰੀਬਨ 19 ਸਾਲ ਉਮਰ ਸੀ ਜਦੋਂ ਇਹ ਤਕਰੀਬਨ 18-19 ਸਾਲ ਜਦੋਂ ਇਹ ਫੌਜ 'ਚ ਭਰਤੀ ਹੋ ਗਏ ਤੇ ਇਹਨਾਂ ਨੇ ਫੌਜ ਦੇ ਵਿੱਚ ਬੜੀਆਂ ਖਿਦਮਤਾਂ ਸਰ ਅੰਜਾਮ ਦਿੱਤੀਆਂ। ਉਸ ਵਕਤ ਫੌਜ ਦੇ ਵਿੱਚ ਬੰਦੇ ਵੀ ਤਕਰੀਬਨ ਬਹੁਤ ਗਿਣੇ ਚੁਣੇ ਸੀ, ਬਹੁਤ ਕੰਮ ਸੀ, ਲੁੱਟੇ ਪੁੱਟੇ ਸੀਗੇ। ਜਦੋਂ ਪਾਕਿਸਤਾਨ ਬਣਿਆ, ਪਾਰਟੀਸ਼ਨ ਹੋਈ, ਕੋਈ ਪਰੇਸ਼ਾਨ ਹਾਲ ਨਹੀਂ। ਲੋਕਾਂ ਦੇ ਕਾਫਲੇ ਜਿਹੜੇ ਸੀ ਇਸ ਤਰ੍ਹਾਂ ਆਬਰੂ ਹੋ ਕੇ ਆ ਰਹੇ ਸੀ ਇੰਡੀਆ ਨੂੰ ਤੇ ਫੌਰੀ ਉਸ ਤੋਂ ਬਾਅਦ ਇਹ ਆਪਣਾ ਇਹਨਾਂ ਨੇ ਜੁਆਇਨਿੰਗ ਕੀਤੀ ਹੈ ਤੇ ਮਾਸ਼ਾਅੱਲਾ ਇਹਨਾਂ ਨੇ 18-20 ਸਾਲ ਅਰਸਾ ਇਹਨਾਂ ਨੇ ਗੁਜ਼ਾਰਿਆ ਫੌਜ ਦੇ ਵਿੱਚ, ਬੜਾ ਅੱਛਾ ਗੁਜ਼ਾਰਿਆ। ਕਿਹੜੀ ਅਪਾਇੰਟਮੈਂਟ ਕਿੱਥੋਂ ਹੋਈ ਸੀ ਤੇ ਰਹਿਸ਼ ਕਿੱਥੇ ਸੀ? ਅਪਾਇੰਟਮੈਂਟ ਇਹਨਾਂ ਦੀ ਹੋਈ ਹੈ ਜੀ ਸਿਆਲਕੋਟ ਤੋਂ। ਫਸਟ ਜੁਆਇਨ ਹੈ ਇਹਨਾਂ ਨੇ ਸਨ 1900 ਗਾਲਬਨ 50 ਕੀਤੀ 50 ਦੇ 'ਚ ਤੇ ਬਾਕੀ ਇਹਨਾਂ ਦੇ ਉਸ ਵਕਤ ਰਿਹਾਇਸ਼ 55 ਹੈ ਜੀ। ਇੰਡੀਆ ਦੀ ਤਹਿਸੀਲ ਸੁਲਤਾਨਪੁਰ ਤੇ ਜ਼ਿਲ੍ਹਾ ਜਲੰਧਰ, ਹਾਂ, ਪਿੰਡ ਸਰੂਪਵਾਲ, ਰਿਆਸਤ ਕਪੂਰਥਲਾ। ਬਾਬਾ ਜੀ ਨੇ ਬੜੀਆਂ ਮੁਸ਼ਕਲਾਂ ਕੱਟੀਆਂ ਪਾਕਿਸਤਾਨ ਆਰਮੀ ਵਾਸਤੇ, ਪਾਕਿਸਤਾਨ ਵਾਸਤੇ ਆਪਦਾ ਤਨ ਮਨ ਧਨ ਕੁਰਬਾਨ ਕੀਤਾ। ਅੱਜ ਵੀ ਆਪਦੀਆਂ ਯਾਦਾਂ ਆਪਦੇ ਨਾਲ ਲੈ ਕੇ ਬੈਠੇ ਨੇ। ਤੁਹਾਨੂੰ ਉਹਨਾਂ ਨੇ ਕੀ ਕਿੱਸਾ ਸੁਣਾਇਆ ਜਦੋਂ ਇਹਨਾਂ ਦੀ ਯਾਦਦਾਸ਼ਤ ਠੀਕ ਸੀ, ਹੁਣ ਤਾਂ ਕਾਫੀ ਕਮਜ਼ੋਰ ਹੋ ਗਿਆ? ਅੱਲਾ ਸਿਹਤ ਦੇਵੇ ਇਹਨਾਂ ਨੂੰ। ਹਾਂਜੀ, ਅੱਬੂ ਨੇ 1965 ਦੇ ਵਿੱਚ ਜੰਗ ਦੇ ਵਿੱਚ ਹਿੱਸਾ ਲਿਆ ਜੀ ਤੇ ਉਸ ਵਕਤ ਜਿਹੜਾ ਮਹਾਜ਼ ਹੈ ਆਪਣਾ ਸਿਆਲਕੋਟ ਮਹਾਜ਼ 'ਤੇ ਸਭ ਤੋਂ ਬੜਾ ਹਮਲਾ ਜਿਹੜਾ ਇੰਡੀਆ ਨੇ ਕੀਤਾ 630 ਟੈਂਕ ਦਾ ਤੇ ਉਸ ਵਕਤ ਇਹਨਾਂ ਦੀ ਸਭ ਤੋਂ ਅੱਗੇ ਡਿਊਟੀ ਫਰੰਟ ਲਾਈਨ 'ਤੇ ਇਹੀ ਸੀ ਕਿ ਜਿਹੜੀ ਇਸ ਦੇ ਵਿੱਚ ਉਹਨਾਂ ਦੇ ਤੇ ਬੜੇ ਬੇਦਰਦੀ ਨਾਲ ਇਹ ਲੜੇ ਤੇ ਇਨਸ਼ਾਅੱਲਾ ਇਹਨਾਂ ਨੇ ਫਿਰ ਉਸ 'ਤੇ ਕਾਮਯਾਬੀ ਵੀ ਹਾਸਲ ਕੀਤੀ। ਉਹਨਾਂ ਨੇ ਇੰਡੀਆ ਦਾ ਤਾਂ ਖਿਆਲ ਸੀ ਕਿ ਅੱਬੂ ਜੀ ਦੱਸਦੇ ਵੀ ਕਿ ਅਸੀਂ ਉਹਨਾਂ ਨੇ ਕਿਹਾ ਜੀ 5-6 ਘੰਟੇ ਦੇ ਅੰਦਰ ਦੇ ਨਾਲ ਹੀ ਸਿਆਲਕੋਟ ਪੈਂਦਾ, ਸਿਆਲਕੋਟ ਤੋਂ ਲਾਹੌਰ ਇਕੱਠੇ ਨਾਲ ਹੈ ਗਿਆ ਸੀ। 6-7 ਘੰਟੇ ਦੇ ਵਿੱਚ ਇਹਨੂੰ ਪਾਕਿਸਤਾਨ ਨੂੰ ਜਿਹੜੇ ਦੋ ਸ਼ਹਿਰ ਅਸੀਂ ਕਬਜ਼ੇ 'ਚ ਕਰ ਲੈਣੇ। ਉਹ ਤੇ ਆਪਣੇ ਗੁਆਂਢੀ ਤੇ ਨਾਸ਼ਤਾ ਕਰਨ ਲਾਹੌਰ ਆਉਂਦੇ ਪਏ ਸੀ। ਆਉਂਦੇ ਪਏ ਸੀ। ਉਹਨਾਂ ਨੇ ਕਿਹਾ 6-7 ਘੰਟੇ ਦੇ ਵਿੱਚ ਇਹਨਾਂ ਨੂੰ ਫਤਹ ਕਰ ਲਾਂਗੇ। ਬਹਰਹਾਲ ਜਿਹੜੇ ਮੁਸਲਮਾਨਾਂ ਨੇ ਫਿਰ ਪੂਰੇ ਜਜ਼ਬੇ ਨਾਲ ਲੜੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਸੀ ਮਹਾਜ਼ ਤੋਂ ਸ਼ਿਕਸਤ ਵੀ ਦਿੱਤੀ ਤੇ ਕੰਟਰੋਲ ਵੀ ਇਹਨਾਂ ਨੇ ਫਿਰ ਆਪਣੇ ਰੱਖਿਆ। ਇਹਨਾਂ ਨੇ ਆਪਣਾ। ਕਿੰਨੀ ਦੇਰ ਹੋ ਗਈ ਰਿਟਾਇਰ ਹੋਏ ਬਜ਼ੁਰਗਾਂ ਨੂੰ? ਰਿਟਾਇਰ ਹੋ ਗਏ ਤਕਰੀਬਨ ਸੰਨ 1970 ਦੇ ਵਿੱਚ ਇਹਨਾਂ ਨੇ ਰਿਟਾਇਰਮੈਂਟ ਲਈ ਹੈ ਜੀ ਤੇ ਹੋਗਾ ਜੀ ਅੱਜ ਕੱਲ੍ਹ 50-52 ਸਾਲ। 71 ਵਾਸਤੇ ਸੰਨ 1971 'ਚ ਇਹਨਾਂ ਨੂੰ ਦੁਬਾਰਾ ਫਿਰ ਇਹਨਾਂ ਨੇ ਕਿਉਂਕਿ ਜੇ ਰੀਸੈਂਟਲੀ ਅਜੇ ਰਿਟਾਇਰ ਹੋ ਕੇ ਆਏ ਸੀਗੇ, ਜਵਾਨ ਵੀ ਸੀਗੇ, ਜਜ਼ਬਾ ਵੀ ਸੀ ਲੜਨ ਦਾ। ਇਸ ਵਕਤ ਫੌਜ ਦੀ ਆਰਮੀ ਵੀ ਤੁਹਾਨੂੰ ਪਤਾ ਉਸ ਵਕਤ ਬਹੁਤ ਕਮ ਸੀਗੀ, ਤਾਦਾਦ ਕਮ ਸੀਗੇ। ਕੁਛ ਉਸ ਤੋਂ ਇਹ ਬੰਗਲਾਦੇਸ਼ ਦੇ ਵੀ ਫਿਰ ਉਹ ਤੁਹਾਨੂੰ ਪਤਾ ਡਿਸਪਿਊਟਡ ਜਿਹਾ ਹੋ ਗਿਆ ਮਾਮਲਾ, ਉਸ ਵਜ੍ਹਾ ਨਾਲ ਫਿਰ ਕੰਮ ਜ਼ਿਆਦਾ ਫਿਰ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਸੀਗੇ, ਟਫ ਸੀਗੇ। ਇਸ ਕਰਕੇ ਫਿਰ ਦੁਬਾਰਾ ਆਰਮੀ ਨੇ ਬੁਲਾ ਲਿਆ ਤੇ ਦੁਬਾਰਾ ਰਿਟਾਇਰਮੈਂਟ ਹੋਣ ਦੇ ਬਾਵਜੂਦ ਇਹਨਾਂ ਨੇ ਜਾ ਕੇ ਖਦਮਾਤ ਸਰ ਅੰਜਾਮ ਦਿੱਤੀਆਂ। ਲੇਕਿਨ ਇਹ ਦੱਸਦੇ ਵੀ ਉਹ ਜਿਸ ਸਾਨੂੰ ਉਸ ਵਕਤ ਜਿੰਨਾ ਅਸੀਂ ਖਦਮਾਤ ਸਰ ਅੰਜਾਮ ਦਿੱਤੀਆਂ ਪਰ ਉਹਦੇ ਹਿਸਾਬ ਨਾਲ ਸਾਨੂੰ ਪੈਨਸ਼ਨ ਬਹੁਤ ਪਿਛਲੇ ਲੋਕਾਂ ਨੂੰ ਕਮ ਮਿਲ ਰਹੀ ਹੈ। ਅਸਲ 'ਚ ਪਾਕਿਸਤਾਨ 'ਚ ਪੈਸੇ ਦੀ ਕਮੀ ਸੀ, ਵਸਾਇਲ ਦੀ ਕਮੀ ਸੀ, ਉਸ ਹਿਸਾਬ ਨਾਲ ਇਹਨਾਂ ਨੂੰ ਥੋੜਾ ਮਿਲਦਾ ਰਿਹਾ। ਹੁਣ ਦੇ ਜਿਹੜੇ ਫੌਜੀ ਉਹਨਾਂ ਨੂੰ ਤੇ ਪਤਾ ਹੀ ਨਹੀਂ ਵੀ ਇਹਨਾਂ ਲੋਕਾਂ ਨੇ ਜ਼ਿੰਦਗੀ ਕਿਵੇਂ ਗੁਜ਼ਾਰੀ। ਹੁਣ ਵਾਲੇ ਜਿਹੜੇ ਆਰਮੀ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪੈਨਸ਼ਨ ਵੀ ਬੜੀ ਮਿਲ ਰਹੀ ਹੈ। ਹੁਣ ਇਹ ਦੇਖ ਲਓ ਇੰਨੀਆਂ ਸਭ ਤੋਂ ਪਹਿਲੇ ਕਠਿਨ ਹਾਲਾਤ ਦੇ ਵਿੱਚ ਜਦੋਂ ਕੋਈ ਵੀ ਪਰੇਸ਼ਾਨੀ ਹਾਲ ਨਹੀਂ ਸੀ ਉਸ ਵਕਤ ਇਹਨਾਂ ਨੇ ਫੌਜ ਖਦਮਾਤ ਸਰ ਅੰਜਾਮ ਦਿੱਤੀਆਂ ਤੇ ਪੈਨਸ਼ਨਾਂ ਦੀ ਮੇਰਾ ਖਿਆਲ ਕੋਈ 2700-2800 ਰੁਪਏ ਹੋਣੀ ਗਾਲਬਨ ਪਰ ਮੰਥ ਤੇ ਅੱਜ ਕੱਲ੍ਹ ਦੀ ਸਿਪਾਹੀ ਦੀ ਪੈਨਸ਼ਨ ਦੇਖ ਲਓ ਤੁਸੀਂ, ਮੇਰਾ ਖਿਆਲ ਮੈਨੂੰ ਕੋਈ 50-60 ਹਜ਼ਾਰ ਦੇ ਕਰੀਬ ਹੋਣੀ ਹੈ। ਹੋਰ ਵੀ ਸਹੂਲਤਾਂ ਨਹੀਂ, ਉਸ ਪਹਿਲੇ ਬੰਦੇ ਨੂੰ ਸਹੂਲਤਾਂ ਬਹੁਤ ਕਮ ਮਿਲੀਆਂ, ਖਿਦਮਾਤ ਜ਼ਿਆਦਾ ਸਰ ਅੰਜਾਮ ਦਿੱਤੀਆਂ, ਸਹੂਲਤਾਂ ਕਮ ਮਿਲੀਆਂ। ਵਾਲਦਾ ਮੁਹਤਰਮਾ ਹਯਾਤ ਨੇ? ਨਹੀਂ ਜੀ, ਤਕਰੀਬਨ 4-5 ਸਾਲ ਹੋ ਗਏ ਜੀ, ਫਾਤ ਪਾ ਚੁੱਕੀਆਂ। ਬਜ਼ੁਰਗ ਹੁਣ ਇਕੱਲੇ ਜ਼ਿੰਦਗੀ ਗੁਜ਼ਾਰ ਰਹੇ ਨੇ? ਹਾਂਜੀ ਤੇ ਇਹਨਾਂ ਨੇ ਆਪਦੀਆਂ ਯਾਦਾਂ ਆ ਟਰੰਕ ਤੇ ਆ ਬਾਕਸ ਦੇ ਨਾਲ ਰੱਖੀਆਂ? ਹਾਂਜੀ, ਇਹ ਪਹਿਲੋਂ ਉਧਰ ਸਾਡੇ ਕੋਲ ਇੱਕ ਦੂਸਰਾ ਜਗ੍ਹਾ ਹੱਤਾ ਸੀਗਾ, ਪਹਿਲੋਂ ਟਰੰਕ ਤੇ ਬਾਕਸ ਉਧਰ ਪਿਆ ਹੁੰਦਾ ਸੀਗਾ ਤੇ ਜਿਉਂ ਹੀ ਇੱਧਰ ਸ਼ਿਫਟ ਆਏ ਉਧਰ ਸਿਸਟਰ ਦੀ ਉਧਰੋਂ ਇਹਨਾਂ ਨੇ ਉਠਾ ਕੇ ਆਪਣੇ ਕੋਲ ਲੈਂਦਾ। ਇਸ ਨੂੰ ਨਹੀਂ ਛੱਡਦੇ ਜੀ, ਹਰ ਵਕਤ ਨਾਲ ਰੱਖਦੇ ਜੀ। ਕੀ ਇਹਨਾਂ ਨੇ ਕੀ ਰੱਖਿਆ ਹੋਇਆ? ਬਸ ਇਹ ਕਹਿੰਦੇ ਜੀ ਪਹਿਲੋਂ ਮੇਰੇ ਸਭ ਤੋਂ ਜਦੋਂ ਇਹ ਸੰਨ 1965 ਦੇ ਵਿੱਚ ਸਿਆਲਕੋਟ ਮਹਾਜ਼ 'ਤੇ ਸੀਗੇ ਉਸ ਵਕਤ ਇਹਨਾਂ ਨੇ ਇਹ ਟਰੰਕ ਖਰੀਦਿਆ ਸੀਗਾ ਤੇ ਖਰੀਦਣ ਤੋਂ ਬਾਅਦ ਇਹਨੂੰ ਪੇਂਟ ਕਰਵਾਇਆ, ਰੰਗ ਕਰਵਾਇਆ। ਆਪਣੇ ਦੇ ਕੱਪੜੇ ਜਿਹੜੇ ਸੀ ਇਹਨਾਂ ਦੇ ਸਾਰੇ ਵਿੱਚ ਇਸੇ 'ਚ ਰੱਖਦੇ ਆ, ਦੂਸਰੇ ਨਹੀਂ ਰੱਖਦੇ ਕਿਉਂਕਿ ਪੁਰਾਣਾ ਹੈਗਾ ਟਰੰਕ। ਜਿੱਦਾਂ ਬੰਦੇ ਨੂੰ ਇਨਸਾਨ ਨੂੰ ਕੋਈ ਪੁਰਾਣੀ ਚੀਜ਼ ਹੋਵੇ ਉੱਥੇ ਬੜੀ ਹੁੰਦੀ ਫਿਰ ਉਹ ਯਾਦਾਂ ਆ ਜਾਂਦੀਆਂ ਫੌਜ ਦੀਆਂ, ਜਿਹੜੀਆਂ ਆਰਮੀ ਦੀਆਂ ਯਾਦਾਂ। ਇੰਨਾ ਹੀ ਵਸਦਾ ਵਾ ਕਿ ਮੇਰਾ ਇਹ ਹਥਿਆਰ ਆ, ਸਮਝ ਲਓ ਮੇਰਾ ਚੀਜ਼, ਮੇਰਾ ਸਮਝ ਲਓ ਸੰਭਾਲਣ ਵਾਸਤੇ। ਤੇ ਬਾਬਾ ਜੀ ਨੂੰ ਟਰੰਕ ਨਾਲ ਬੜਾ ਪਿਆਰ ਆ। ਹਾਂਜੀ। ਤੇ ਤੁਸੀਂ ਬਾਬਾ ਜੀ ਕੋਲ ਜਿਹੜੀਆਂ ਕਹਾਣੀਆਂ ਸੁਣੀਆਂ, ਬਹੁਤ ਮੁਸ਼ਕਲ ਦੇ ਨਾਲ ਇਹ ਪਾਕਿਸਤਾਨ ਹਾਸਲ ਕੀਤਾ ਗਿਆ। ਤੁਹਾਡੇ ਪਿੰਡ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਸਾਨੂੰ ਵਾਇਸ ਆਫ ਪੰਜਾਬ ਦੀ ਟੀਮ ਨੂੰ ਇਹ ਬਜ਼ੁਰਗ ਨਹੀਂ ਲੱਭੇ। ਪਹਿਲੇ ਬਜ਼ੁਰਗ ਨੇ ਜਿਹੜੇ ਅਸੀਂ ਵੇਖੇ ਨੇ ਕਿ ਜਿਹੜੇ ਪਾਕਿਸਤਾਨ 'ਚ ਰਹਿੰਦੇ ਸੀ, 2 ਜੰਗਾਂ ਵੀ ਲੜ ਚੁੱਕੇ ਨੇ,
ਤੁਹਾਨੂੰ ਉਹਨਾਂ ਨੇ ਆਰਮੀ 'ਚ ਕਿਉਂ ਨਹੀਂ ਭੇਜਿਆ, ਹਾਲਾਂਕਿ ਹਰ ਫੌਜੀ ਆਪਦੇ ਬੱਚੇ ਨੂੰ ਆਰਮੀ 'ਚ ਜ਼ਰੂਰ ਭੇਜਦਾ ਹੈ? ਬਸ ਮੈਂ ਪੜ੍ਹਨ ਤੋਂ ਬਾਅਦ ਬੀਏ ਕੀਤਾ ਜੀ। ਬੀਏ ਕਰਨ ਤੋਂ ਬਾਅਦ ਮੇਰਾ ਫਿਰ ਚਲਾ ਗਿਆ ਇੱਧਰ ਜ਼ੇਨ ਬਣ ਗਿਆ ਲਾਲ ਜੀ। ਅੱਛਾ ਜੀ, मैंने फिर ला के कर लिया। ਲਾਇਰ ਹੋ? हाँ जी लायर हूँ। ਪ੍ਰੈਕਟਿਸ ਵੀ ਕਰ ਰਹੇ ਹੋ? हाँ जी प्रैक्टिस भी करते ਆਰ ਵਾਲਾ ਬਾਰ हैं। आर वाला जी, आर वाला हाँ जी। ਨਸਰ ਭਾਈ ਬਜ਼ੁਰਗ ਇੰਡੀਆ 'ਚ ਉੱਠ ਕੇ ਪਾਕਿਸਤਾਨ ਪਹੁੰਚੇ ਨੇ, ਪਾਰਟੀਸ਼ਨ ਤੋਂ ਪਹਿਲਾਂ ਹੀ ਆ ਗਏ ਸੀ। ਇਹਦੀ ਪਾਕਿਸਤਾਨ ਪਾਰਟੀਸ਼ਨ ਤੋਂ ਪਹਿਲਾਂ ਪਾਕਿਸਤਾਨ ਆਉਣ ਦੀ ਕੀ ਵਜੂਹਾਤ ਸੀ ਜਦ ਉਦੋਂ ਤੇ ਅਮਨ ਸੀ? हाँ जी ਇਹਦੇ ਵਿੱਚ ਦੋ ਤਿੰਨ ਵਜੂਹਾਤ ਹੈ ਜੀ। ਕਿਉਂਕਿ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਸੁਲਤਾਨਪੁਰ 'ਚ ਰਹਿੰਦੇ ਸੀਗੇ ਜੀ। ਉਹ ਦੁਆਬਾ ਸੀਗਾ ਜੀ, ਦੋ ਦਰਿਆਵਾਂ ਦਾ ਦਰਮਿਆਨੀ ਇਲਾਕਾ। ਉਹਦੇ ਵਿੱਚ ਰਹਿੰਦੇ ਸੀ ਤੇ ਹਾਲਾਤ ਐਡੇ ਅੱਛੇ ਸਾਜ਼ਗਾਰ ਨਹੀਂ ਸੀਗੇ। ਤੇ ਇੱਧਰ ਜਿਹੜਾ ਸੀਗਾ ਪੰਜਾਬ ਜਿਹੜਾ ਸੀ ਇੱਧਰਲਾ ਇਹਦੇ ਵਿੱਚ ਜਿਹੜਾ ਨਾ ਜੀ ਇਹਨਾਂ ਨੇ ਅੰਗਰੇਜ਼ਾਂ ਨੇ ਫਿਰ ਉਸ ਵਕਤ ਨਹਿਰੀ ਨਿਜ਼ਾਮ ਦਿੱਤਾ ਇਹਨਾਂ ਨੂੰ। ਜੋ ਨਹਿਰੀ ਨਿਜ਼ਾਮ ਦਿੱਤਾ ਤੇ ਇੱਧਰ ਫਿਰ ਹਾਲਾਤ ਜਿਹੜੇ ਬਿਹਤਰ ਹੋਣੇ ਸ਼ੁਰੂ ਹੋ ਗਏ। ਸਰਸਬਜ਼ ਇਲਾਕਾ ਹੋ ਗਿਆ। ਸਰਸਬਜ਼ ਸ਼ਦਾਬ ਇਲਾਕਾ ਹੋ ਗਿਆ। ਇਸ ਕਰਕੇ ਫਿਰ ਲੋਕਾਂ ਨੇ ਕੁਝ ਥੋੜ੍ਹੇ ਨੇ ਮਾਈਗ੍ਰੇਟ ਕੀਤਾ। ਜੋ ਮਾਈਗ੍ਰੇਟ ਕੀਤਾ ਤੇ ਉਸ ਤੋਂ ਬਾਅਦ ਨਹਿਰੀ ਨਿਜ਼ਾਮ ਆਇਆ, ਜੋ ਸਾਰਾ ਕੁਝ ਸਿਸਟਮ ਚੱਲਿਆ, ਫਸਲ ਬਾੜੀ ਅੱਛੀ ਹੋਣੀ ਲੱਗੀ। ਇਹਨਾਂ ਨੇ ਫਿਰ ਜਾ ਕੇ ਲੋਕਾਂ ਨੇ ਪਿੱਛੇ ਦੱਸਿਆ ਵੀ ਇੱਧਰ ਹਾਲਾਤ ਅੱਛੇ ਨਹੀਂ, ਖੂਹਾਂ ਦੀ ਵਾਹੀ ਹੈ, ਖੂਹਾਂ 'ਤੇ ਚੱਲ ਰਹੀ ਸੀ ਵਾਹੀ, ਤੇ ਐਡੀ ਪੈਦਾਵਾਰ ਵੀ ਬਹੁਤ ਕਮ ਸੀਗੀ ਤੇ ਹਾਲਾਤ ਐਡੇ ਅੱਛੇ ਨਹੀਂ ਸੀਗੇ। ਇਸ ਕਰਕੇ ਫਿਰ ਇਹਨਾਂ ਨੇ ਮਾਈਗ੍ਰੇਟ ਕਰਕੇ ਇੱਧਰ ਆ ਗਏ, 1937 ਦੇ ਵਿੱਚ ਆ ਗਏ। ਤੁਹਾਨੂੰ ਜਿਹੜੀ ਉਧਰ ਜ਼ਮੀਨ ਇੰਡੀਆ 'ਚ ਸੀ, ਤੁਹਾਨੂੰ ਪਾਕਿਸਤਾਨ 'ਚ ਆ ਕੇ ਐਜ਼ ਇਟ ਲੱਭੀ ਹੈ। ਤੁਹਾਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਲੋਕਾਂ ਨੂੰ ਪਾਕਿਸਤਾਨ 'ਚ ਉਹ ਰਕਬਾ ਨਹੀਂ ਅਲਾਟ ਹੋਇਆ ਜਿਹੜਾ ਉਧਰ ਸੀ ਉਹਨਾਂ ਦਾ। ਸਾਨੂੰ ਤਾਂ ਕੁਛ ਹੋ ਗਿਆ ਹਾਲਾਤ, ਕੁਛ ਰਹਿ ਵੀ ਗਿਆ ਯੂਨਿਟ। ਲੱਗਿਆ ਕਿ ਬਜ਼ੁਰਗ ਹੈ ਟਰੰਕ ਨਾਲ ਬੜਾ ਪਿਆਰ ਕਰਦੇ। ਇਹ ਟਰੰਕ ਦੇ ਪਿੱਛੇ ਇੱਕ ਕਹਾਣੀ ਵੀ ਛੁਪੀ ਹੋਈ ਹੈ ਜਿਹਦੇ ਉੱਤੇ ਇਹ ਨਾਮ ਤੇ ਨਾ ਬਾਬਾ ਜੀ ਦਾ ਇੱਕ ਰੈਂਕ ਲਿਖਿਆ ਹੋਇਆ, ਜਿਹੜਾ ਰੈਂਕ ਉੱਥੋਂ ਦਾ ਹੈ ਸੀ ਇਹਨਾਂ ਦਾ ਆਰਮੀ ਦਾ। ਇਹਦੀ ਬਾਬਾ ਜੀ ਕੀ ਕਹਾਣੀ ਸੁਣਾਉਂਦੇ ਨੇ? ਇਹਦੀ ਕਹਾਣੀ ਹੈ ਜੀ, ਅਸਲ ਤਾਂ ਹਕੀਕਤ ਇਹ ਹੈ ਜੀ ਕਿ ਸਿਆਲਕੋਟ ਦੇ ਵਿੱਚ ਜਦੋਂ ਹੁੰਦੇ ਸੀ ਨਾ ਜੀ, ਤੇ ਉੱਥੇ ਫਿਰ ਇਹਨਾਂ ਨੇ ਟਰੰਕ ਲਿਆ ਜੀ, ਤੇ ਉੱਥੇ ਇੱਕ ਪ੍ਰਿੰਟਰ ਹੁੰਦਾ ਸੀਗਾ, ਬਹੁਤ ਖੂਬਸੂਰਤ ਪ੍ਰਿੰਟ ਕਰਦਾ ਸੀਗਾ, ਜਿਹਨੂੰ ਅੱਜ ਦੇ ਦੌਰ 'ਚ ਪੈਂਟਰ ਕਹਿੰਦੇ। ਹਾਂ ਜੀ। ਤੇ ਉਹਨੇ ਉਹ ਪ੍ਰਿੰਟ ਕੀਤਾ ਇਹਨੂੰ ਜੀ, ਤੇ ਰੰਗ ਵੀ ਕੀਤਾ, ਕਲਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਫਿਰ ਇਹ ਲਿਖਿਆ ਜੀ, ਉੱਤੇ ਲਿਖਾਈ ਕੀਤੀ। ਤੇ ਉਹ ਨਾ ਜੀ ਲਿਖਾਈ ਜਿਹੜਾ ਕਰਵਾ ਕੇ ਆਉਂਦਾ ਬੜੀ ਖੂਬਸੂਰਤ ਹੁੰਦੀ ਸੀ। ਲੋਕਾਂ ਨੇ ਸਾਰਿਆਂ ਨੇ ਜਾ ਕੇ ਉਹਨੂੰ ਕਹਿਣਾ ਵੀ ਇਸ ਪੈਂਟਰ ਉਹ ਕਰਵਾਈਏ, ਪੇਂਟ ਵੀ ਕਰਾਉਣੇ, ਲਿਖਾਈ ਵੀ ਕਰਾਉਣੀ ਆ। ਤੇ ਉਸ ਤੋਂ ਬਾਅਦ ਫਿਰ ਜਦੋਂ ਦੇਖਿਆ ਉਹਨਾਂ ਨੇ, ਫੌਜ ਵਾਲਿਆਂ ਨੇ ਦੇਖਿਆ ਵੀ ਇੰਨੀ ਖੂਬਸੂਰਤ ਹੈਂਡ ਰਾਈਟਿੰਗ ਜਿਹੜੀ ਕਰ ਸਕਦਾ ਜਾਂ ਸਾਰਾ ਕੁਝ ਕਰ ਸਕਦਾ, ਇਹਦੇ ਵਿੱਚ ਵੀ ਬੈਗ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਵਜੂਹਾਤ ਆ ਵੀ ਇੰਨੀ ਖੂਬਸੂਰਤ ਹੈਂਡ ਰਾਈਟਿੰਗ ਕੋਈ ਆਮ ਅਸੀਂ ਆਪ ਨਹੀਂ ਅਜੇ ਤੱਕ, ਮੈਂ ਹਾਲਾਂਕਿ ਲਾਇਆ ਮੈਂ ਨਹੀਂ ਵੇਖੀ ਕੋਈ ਨਹੀਂ ਕਿਸੇ ਨੇ ਇੱਥੇ ਕੋਈ ਪੇਂਟਰ ਨੇ ਕਿਸੇ ਨੇ ਇਹਦੀ ਖੂਬਸੂਰਤ ਹੈਂਡ ਰਾਈਟਿੰਗ ਕਿਸੇ ਨੇ ਲਿਖੀ ਹੋਵੇ। ਤੇ ਇਹਦੇ ਵਿੱਚ ਕੋਈ ਨਾ ਕੋਈ ਵਜੂਹਾਤ ਹੋਣੀਆਂ। ਜਦੋਂ ਉਹਨਾਂ ਨੇ ਫਿਰ ਉਹ ਕਿਤੇ ਯੂਨਿਟ ਦੇ ਵਿੱਚ ਆਉਂਦਾ ਸੀਗਾ ਤੇ ਉਹਨੂੰ ਫੌਜ ਨੇ ਫਿਰ ਆਰਮੀ ਨੇ ਜਿਹੜੇ ਉੱਪਰਲੇ ਅਫਸਰਾਂ ਨੇ ਥੋੜ੍ਹੇ ਇੰਟੈਲੀਜੈਂਸ ਨੇ ਥੋੜ੍ਹੀ ਬਹੁਤ ਨਿਗਾਹ ਰੱਖੀ, ਰੈਕੀ ਕੀਤੀ ਵੀ ਇਹਦੇ ਵਿੱਚ ਕੋਈ ਦੇਖੀ ਸੀ ਵੀ ਤੂੰ ਹੈ ਕਿੱਥੋਂ ਜੀ, ਕਿੱਥੋਂ ਆ ਪਿੱਛੋਂ ਸਾਰਾ ਕੁਝ ਉਹਦਾ ਬੈਗ ਤੋਂ। ਜਦੋਂ ਉਹਨੂੰ ਪੁੱਛਿਆ, ਦੱਸਿਆ, ਪਕੜਿਆ ਤੇ ਉਹ ਇੰਡੀਆ ਦਾ ਮੇਜਰ ਸਾਹਿਬ ਸੀ, ਜਸੂਸ ਨੇ। ਹਾਂ ਜੀ, ਹਾਜ਼ਰ ਸਾਹਿਬ ਮੇਜਰ ਸਾਹਿਬ ਸੀ, ਜਸੂਸ ਨਿਕਲੇ। ਤੇ ਉਸ ਕਰਕੇ ਫਿਰ ਉਹਨਾਂ ਨੇ ਅਬੂ ਹੋਣਾ ਨੇ ਅਨੁਸਾਰ ਉਸ ਦੌਰ 'ਚ ਪਾਕਿਸਤਾਨ ਆਰਮੀ ਦੀਆਂ ਅੱਖਾਂ ਖੁੱਲੀਆਂ ਸੀ। ਅੱਖਾਂ ਖੁੱਲੀਆਂ ਸੀ ਜੀ, ਬਿਲਕੁਲ ਖੁੱਲੀਆਂ ਸੀ, ਕਿਉਂ ਨਹੀਂ ਖੁੱਲੀਆਂ ਸੀ। ਦੁਸ਼ਮਣ ਇਹ ਨਾ ਸਮਝ ਸੁੱਤੇ ਪਏ। ਇਹ ਸੁੱਤੇ ਤਾਂ ਸੌਣ ਦੀ ਗੱਲ ਨਹੀਂ, ਫੌਜ ਵਾਲੇ ਸੌਂ ਕਿੱਥੋਂ ਸਕਦੇ ਜੀ। ਬੜੀਆਂ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੀ, ਬਹੁਤ ਕਠਿਨ ਮਰਾਹਲ ਵਿੱਚ ਗਏ। ਸੰਨ 71 ਦੇ ਵਿੱਚ ਅੱਬੂ ਜੀ ਕਹਿੰਦੇ ਜੀ ਅਸੀਂ ਜਦੋਂ ਇੱਥੋਂ ਨਾ ਜੀ ਸਾਨੂੰ ਦੁਬਾਰਾ ਬੁਲਾਇਆ ਤੇ ਅਸੀਂ ਲਾਹੌਰ ਪਹੁੰਚੇ ਹਾਂ ਉੱਥੇ। ਤੇ ਲਾਹੌਰ ਪਹੁੰਚੇ, ਉੱਥੇ ਲਾਹੌਰ ਤੇ ਜਾਂਦੇ ਜੇ ਗਏ ਸਟੇਸ਼ਨ ਤੋਂ ਜੇ ਨੀਚੇ ਉਤਰਦੇ ਤੇ ਨਾਲ ਹੀ ਇੰਡੀਆ ਦੇ ਜਹਾਜ਼ਾਂ ਨੇ ਹਮਲਾ ਕਰਤਾ। ਯਾਨੀ ਕਿ ਬੜੀ ਹਾਂ ਬੜਾ ਹੈਵੀ ਹਮਲਾ ਕੀਤਾ। ਸਾਰੇ ਸ਼ੀਸ਼ੇ ਵਗੈਰਾ ਹੋਰ ਸਾਰੇ ਟੁੱਟ ਭੱਜ ਗਏ। 2 ਮੋਰੀਆ ਪੁਲ 'ਤੇ ਸਿੱਟੇ ਬੰਬ, ਇੱਕ ਮੋਰੀ 'ਤੇ ਸਿੱਟਿਆ ਉਹਨਾਂ ਨੇ ਬੰਬ, ਤੇ ਉਹ ਅੱਲਾ ਦੀ ਕੁਦਰਤ ਦਾ ਨਿਜ਼ਾਮ, ਬੰਬ ਥੋੜ੍ਹੇ ਅੱਗੇ ਪਿੱਛੇ ਡਿੱਗ ਗਏ ਤੇ ਬੜੇ ਉਸ ਵਕਤ ਨੁਕਸਾਨ ਹੋਏ ਤੇ ਬੜੇ ਸਮਝ ਲਓ ਜ਼ਿੰਦਗੀ ਮੌਤ ਦੀ ਕਸ਼ਮਕਸ਼ਾਂ 'ਚੋਂ ਇਹ ਨਿਕਲੇ। ਟ੍ਰੇਨ ਵਿੱਚ ਜਿਸ ਟ੍ਰੇਨ 'ਚ ਇਹਨਾਂ ਨੂੰ ਬੁਲਾਇਆ ਗਿਆ, ਇੱਥੋਂ ਲਾਹੌਰ ਗਏ ਆ, ਤੇ ਉਸ ਟ੍ਰੇਨ 'ਤੇ ਉਹਨਾਂ ਨੇ ਇੰਡੀਆ ਨੇ ਹਮਲਾ ਕਰਤਾ। ਗੱਡੀ ਖਾਲੀ ਸੀ, गाड़ी खाली हो चुकी थी। अल्लाह ने ਜ਼ਿੰਦਗੀ ਥੀ ਨਹੀਂ। ਬਜ਼ੁਰਗਾਂ ਨੇ ਤੁਹਾਨੂੰ ਕਿਤੇ ਕੋਈ ਐਵੇਂ ਦੀ ਫਰਮਾਇਸ਼ ਕੀਤੀ ਹੋਵੇ ਕਿ ਮੈਨੂੰ ਆਪਦਾ ਯੂਨਿਟ ਦਿਖਾ ਲਿਆਓ, ਆਪਦੇ ਬੇਲੀਆਂ ਨੂੰ ਮਿਲਵਾ ਲਿਓ, ਕਿਸੇ ਬੇਲੀ ਦਾ ਕੋਈ ਸੁਨੇਹਾ ਸੱਤਾ, ਕੋਈ ਖਤ ਪੱਤਰ ਆਇਆ? ਅੱਬੂ ਜੀ ਦੇ ਦੋਸਤ ਬੜੇ ਸੀਗੇ ਜੀ, ਉਸ ਤੋਂ ਬਾਅਦ ਵੀ ਮਿਲਦੇ ਰਹੇ। ਹੁਣ ਹੀ ਤਕਰੀਬਨ ਉਹਨਾਂ ਦੀ ਵਫਾਤ ਹੋਈ ਹੈ। ਨਵਾਬ ਗੁੱਜਰ ਸਾਹਿਬ ਹੁੰਦੇ ਸੀ, ਇਹ ਆਪਣਾ ਚੀਚਾ ਤੋਂ ਬਿਲੋਂਗ ਕਰਦੇ ਸੀਗੇ, ਤੇ ਅਕਸਰ ਜਾਂਦੇ ਸੀ ਉਹਨਾਂ ਕੋਲ, ਅਕਸਰ ਆਉਂਦੇ ਸੀ, ਬਹੁਤ ਪਿਆਰ ਸੀ ਉਹਨਾਂ ਨਾਲ, ਕਿਉਂਕਿ ਬੈਚਦੇ ਸੀਗੇ। ਹਾਂ, ਵਕਤ ਗੁਰਿਆ ਬੈਚਦੇ ਸੀ। ਅਜੇ ਵੀ ਉਹ ਕਹਿੰਦੇ ਜੀ ਇਹ ਤਾਂ ਹੁਣ ਇਹਨਾਂ ਨੂੰ ਬੜਾ ਅਜੇ ਵੀ ਹੈ, ਹੁਣ ਉਮਰ ਸਿੱਧਾ ਹੋ ਚੁੱਕੀ ਇਸ ਵਕਤ, ਤੇ ਹੁਣ ਹਾਂ ਯਾਦਾਂ ਬਸ ਨਹੀਂ, ਹੁਣ ਜਾਣ ਦਾ ਟਰੈਵਲ ਨਹੀਂ ਕਰ ਸਕਦੇ, ਉਮਰ ਸਿੱਧਾ ਹੋ ਚੁੱਕੀ ਹੈ। ਪਾਕਿਸਤਾਨ ਦੇ ਵਿੱਚ ਦੇਖਿਆ ਜਾਏ ਕਿਸੇ ਵੀ ਇਲਾਕੇ 'ਚ ਸਿਵਲ ਦੀ ਜ਼ਿੰਦਗੀ ਹੋਰ ਆ, ਪਾਕਿਸਤਾਨ ਆਰਮੀ ਦੀ ਲਾਈਫ ਹੀ ਬਿਲਕੁਲ ਚੇਂਜ। ਲਾਈਫ ਹੈ ਜੀ ਵੀ ਲਾਈਫ ਵਾਲੀ ਤਾਂ ਦੇਖ ਲਓ। ਤੇ ਇੱਥੇ ਅਸੀਂ ਜਦੋਂ ਸੁਬਾਹ ਦਾ ਇਹਨਾਂ ਨੇ ਡੇਲੀ ਇਹਨਾਂ ਨੇ ਕੰਗਾ ਸ਼ੀਸ਼ਾ ਸੁਬਾਹ ਕਰਨਾ ਇਹਨਾਂ ਨੇ,
ਤੇ ਡੇਲੀ ਅਸੀਂ ਤਾਂ ਜੇ ਕਦੀ ਭੁੱਲ ਚੁੱਕ ਕਰ ਲਿਆ, ਕਦੀ ਨਾ ਕਰ ਲਿਆ ਤੇ ਜਾਂ ਹਾਂਜੀ ਜਾਂ ਜਾਣਾ ਮਤਵਾਰ ਵਾਲੇ ਦਿਨ ਅਸੀਂ ਨਹੀਂ ਗਿਆ, ਡਿਊਟੀ ਤਾਂ ਨਹੀਂ ਕੀਤਾ। ਤੇ ਇਹਨਾਂ ਨੇ ਹਮੇਸ਼ਾ ਸੁਬਾਹ ਇਹਨਾਂ ਨੇ ਉੱਠਣਾ ਵਾ, ਇਹਨਾਂ ਨੇ ਸਿਰ ਕੰਘਾ ਕਰਨਾ ਵਾ, ਸਾਰਾ ਕੁਝ ਮੁੱਛ ਨੂੰ ਠੀਕ ਕਰਨਾ, ਦੂਜੇ ਤੀਜੇ ਦਾੜੀ ਸਹੀ ਸੈਟਮੈਂਟ ਕਰਨੀ ਹੈ ਬਿਲਕੁਲ, ਕੱਪੜੇ ਠੀਕ ਪਹਿਨੇ ਨੇ, ਸਾਰਾ ਕੁਝ ਟੁਰਨ ਫਿਰਨ ਤੋਂ ਵੀ ਬੜੇ ਯਾਨੀ ਕਿ ਐਕਟਿਵ ਮਹਿਸੂਸ ਹੁੰਦੇ। ਹਾਂ ਟੋਰੀ ਮਾਹੌਲ ਐਕਟਿਵ, ਕਿਉਂਕਿ ਉਹ ਪਹਿਲੇ ਤੋਂ ਜਿਹੜਾ ਡੇਲੀ ਜਿਹੜਾ ਸੀ ਉਹ ਹੋਈਆਂ ਫਿਰ ਸਾਰੀਆਂ ਉਹਨਾਂ ਦੀ। ਬਾਬਾ ਜੀ ਹੁੱਕਾ ਜਾਂ ਸਿਗਰਟ ਪੀਂਦੇ? ਹਾਂਜੀ ਹੁੱਕਾ ਸਿਗਰਟ ਪੀਂਦੇ ਸੀਗੇ ਪਹਿਲੋਂ, ਤੇ ਫਿਰ ਤਕਰੀਬਨ ਅਰਸਾ 10 ਕੁ ਸਾਲ ਤੋਂ ਫਿਰ ਨਾ ਹਾਰਟ ਦੇ ਥੋੜ੍ਹੇ ਜਿਹੇ ਹੋ ਗਿਆ ਪ੍ਰੋਬਲਮ, ਪੇਸ਼ੈਂਟ ਹੋ ਗਿਆ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਿਲਕੁਲ ਹੀ ਖੈਰਬਾਦ ਕਰਤਾ। ਅੱਜ ਕੱਲ੍ਹ ਬੀੜਾ ਖਾਂਦੇ ਜੀ 555 ਜੀ। ਤੁਹਾਡੇ ਬਜ਼ੁਰਗ ਪਾਕਿਸਤਾਨ ਆਰਮੀ ਦੇ ਵਿੱਚ ਬੜੀ ਅਹਿਮ ਅਹੁਦੇ 'ਤੇ ਰਹੇ, ਬੜਾ ਅਹਿਮ ਕਿਰਦਾਰ ਅਦਾ ਕੀਤਾ। ਪਾਕਿਸਤਾਨ ਆਰਮੀ ਦੇ ਨਾਮ ਕੋਈ ਮੈਸੇਜ ਦਿਓਗੇ ਸਾਡੇ ਜਵਾਨਾਂ ਦੇ ਨਾਮ? ਹਾਂਜੀ ਮੈਸੇਜ ਤਾਂ ਇਹ ਹੈ ਵੀ ਅੱਲਾਹ ਤਾਲਾ ਇਹਨਾਂ ਨੂੰ ਜ਼ਰੂਰਤ ਪੈਦਾ ਕਰੇ, ਇਹਨਾਂ ਦੇ ਵਿੱਚ ਇਹਨਾਂ ਨੂੰ ਇਹ ਹੈ ਵੀ ਹਿੰਮਤ ਦੇਵੇ ਅੱਲਾਹ ਤਾਲਾ ਇਹਨਾਂ ਨੂੰ, ਕਿਸੇ ਬੁਰੇ ਹਾਲਾਤ ਤੋਂ ਅੱਲਾਹ ਤਾਲਾ ਨਾਗਾਨੀ ਸੂਰਤ ਦਾ ਬਚੇ ਰਹਿਣ। ਸਾਡੇ ਜਵਾਨਾਂ ਵਾਸਤੇ ਬਜ਼ੁਰਗ ਇੱਕ ਮਿਸਾਲ ਨੇ। ਹਾਂਜੀ ਬਿਲਕੁਲ ਜੀ ਬਿਲकुल जी नादरीन, वाइस ऑफ पंजाब की टीम ने पंजाबी विरसा प्रोग्राम के नाल तुहाडी मुलाकात करवाई डिस्ट्रिक्ट पाकपतन की तहसील आरिफाला के नोहाई गाँव 55 EB के एक पाकिस्तान आर्मी के जवान मुहम्मद शरीफ साहब के नाल जिहड़े अज भी अपने आप नूं जवान समझते हैं, तो आर्मी दी यादां अज भी अपने कोल लैके बैठे ने। तो कुछ गल्लां इन्हां दे बेटे नासिर महमूद एडवोकेट साहब ने साडे नाल शेयर कीतियां कि पाकिस्तान आर्मी ने किवें अपना उस किरदार अदा किया, 2 जंगां किवें लड़ियां, और पाकिस्तान जिहड़ा इस्लामी जमहूरिया है पाकिस्तान सानूं किदां लभ्या। इंशाअल्लाह वाइस ऑफ पंजाब की टीम बहुत जल्द पाकिस्तान के एक नवे बजुर्ग के नाल, एक नवी कहानी के नाल, एक नवी दर्द भरी दास्तान के नाल हाज़र होएगी। अपना ख्याल रखियो, सानू इजाज़त दिओ। कैमरामैन टीम के नाल हाफिज़ खालिद, वाइस ऑफ पंजाब, डिस्ट्रिक्ट पाकपतन। मैं मत्थे नु लाके ला दे मसरवा